दूसरा राजा पढ़ांगे और पहला चैप्टर असीं पढ़ना है, शुरू तो पढ़ांगे थोड़ा 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 करके, क्योंकि इस सारी कहानी तुसीं समझ सके इसलिए मैं थोड़ा ज़्यादा इसको पढ़ावांगा। दूजा राजा ते पहला अध्याय। अहाब दी मौत। अहाब तो यहोवा दा न्याय। हालेलुया हालेलुया। पहला अध्याय दूजा राजा ते इहदी पहले आयत तो पढ़ना शुरू करो जरा। अहाब दे मरण पिछों मोआब असरेल ते बेमुख हो गया ਅਤੇ ਅਜਾ ਆਪਣੇ ਉਸ ਚਵਾਰੇ ਦੀ ਯਾਲੀਦਾਰ ਤਾਕੀ ਵਿੱਚੋਂ ਜਿਹੜਾ ਸਾਮਰੀਆਂ ਵਿੱਚ ਸੀ ਡਿੱਗ ਪਿਆ ਤੇ ਬਿਮਾਰ ਪੈ ਗਿਆ। ਸੋ ਉਸਨੇ ਹਲਕਾਰਿਆਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ ਕਿ ਅਕਰੋਨ ਦੇ ਦੇਵਤਾ ਅਬਾਲ-ਜ਼ਬੂਬ ਨੂੰ ਜਾ ਕੇ ਪੁੱਛੋ ਕਿ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ। ਪਰ ਯਹੋਵਾ ਦੇ ਦੂਤ ਨੇ ਏਲੀਆ ਤਿਸਬੀ ਨੂੰ ਆਖਿਆ, ਉੱਠ ਤੇ ਸਾਮਰੀਆ ਦੇ ਰਾਜੇ ਦੇ ਹਲਕਾਰਿਆਂ ਨੂੰ ਮਿਲਣ ਲਈ ਜਾ ਤੇ ਉਹਨਾਂ ਨੂੰ ਆਖ ਕਿ ਇਸਰਾਏਲ ਵਿੱਚ ਕੋਈ ਪਰਮੇਸ਼ਰ ਨਹੀਂ, ਜੋ ਤੁਸੀਂ ਅਕਰੋਨ ਦੇ ਦੇਵਤੇ ਅਬਾਲ-ਜ਼ਬੂਬ ਦੇ ਕੋਲ ਪੁੱਛਣ ਚੱਲੇ ਹੋ। ਇਸ ਲਈ ਯਹੋਵਾ ਇਉਂ ਫਰਮਾਉਂਦਾ ਹੈ ਕਿ ਜਿਸ ਪਲੰਘ ਉੱਤੇ ਤੂੰ ਚੜ੍ਹਿਆ ਹੈ ਉਸ ਤੋਂ ਤੂੰ ਨਹੀਂ ਉਤਰੇਗਾ, ਸਗੋਂ ਤੂੰ ਨਿਸੰਗ ਮਰੇਗਾ। ਤਾਂ ਏਲੀਆ ਤੁਰ ਪਿਆ। ਜਦ ਹਲਕਾਰੇ ਮੁੜ ਕੇ ਉਸਦੇ ਕੋਲ ਆਏ ਤਾਂ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਮੁੜ ਕਿਉਂ ਆਏ ਹੋ? ਅਤੇ ਉਹਨਾਂ ਨੇ ਉਸ ਨੂੰ ਆਖਿਆ, ਇੱਕ ਮਨੁੱਖ ਸਾਨੂੰ ਮਿਲਣ ਲਈ ਆਇਆ ਅਤੇ ਸਾਨੂੰ ਆਖਿਆ ਕਿ ਜਿਸ ਰਾਜੇ ਨੇ ਤੁਹਾਨੂੰ ਘੱਲਿਆ ਉਸ ਦੇ ਕੋਲ ਮੁੜ ਕੇ ਜਾਓ ਅਤੇ ਉਸ ਨੂੰ ਆਖੋ, ਯਹੋਵਾ ਇਉਂ ਫਰਮਾਉਂਦਾ ਹੈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ਰ ਹੈ ਨਹੀਂ, ਜੋ ਤੂੰ ਅਕਰੋਨ ਦੇ ਦੇਵਤਾ ਅਬਾਲ-ਜ਼ਬੂਬ ਕੋਲ ਪੁੱਛਣ ਲਈ ਘੱਲਦਾ ਹੈ। ਇਸ ਲਈ ਜਿਸ ਪਲੰਘ ਉੱਤੇ ਤੂੰ ਚੜ੍ਹਿਆ ਹੈ ਉਸ ਤੋਂ ਤੂੰ ਨਹੀਂ ਉਤਰੇਗਾ, ਸਗੋਂ ਤੂੰ ਨਿਸੰਗ ਮਰੇਗਾ। आमीन आमीन। हालेलुया हालेलुया। हालेलुया। सब प्रभु अपने पढ़े गए वचन को बड़ी बरकत दे। सब बैठेंगे। हालेलुया हालेलुया। अन्य कर फिर बंद करके करके ऑन करें। अगर कुछ टाइम में शायद सेट हो जाएगा, चार करना है। हालेलुया हालेलुया। ये चैप्टर सारा ही जब असीं पढ़ांगे थोड़ा थोड़ा करके फिर तुहानूं बड़ी कहानी का पता लगेगा कि गल की है। कि तुसीं सारे तैयार हो? वचन सुनने के लिए तैयार हो? एक गल मैं मतलब 16 साल में हो गया 17 प्रभु चाहे ने ते 10 साल हो गया करीब करीब पुटपुट उत्ते कदे पंक्ति लीड करते हो या प्रचार करते हो। तो पहला भी मैं मानी भी चर्च के अंदर ये गल कहता रहा हाँ कि जदों सवेरे चर्च आने का टाइम होता उदों शैतान तुहाडे मगर चढ़ जाता। हालेलुया। ये गल पक्की आ, इसनूं लिख लो, इसनूं अपने दिलों च धार लो, गल पक्की तरह लिख लो। सवेरे जदों चर्च आने का टाइम होना आ, जदों तुसीं मन बनाउण लगे होना भी हुण मैं नहा धो के चर्च जाना आ, ते शैतान हूबहू समझ लो भी तुहाडे लागे खड़ा आ ते ओह तुहाडे उत्ते हमला करन वाला आ कि तुहानूं चर्च जाण दे लई दिमागी तौर पे नुकसान पहुंचावे। हालेलुया हालेलुया। ओदी पहली कोशिश आ कि तुसीं चर्च जाओ ही ना। पहली कोशिश ये आ कि तुसीं चर्च ना पहुंच सको। सवेरे की करेगा, बत्ती चल जाएगी, और घर कपड़े प्रेस कितना करना। हाँ जी। ते जे किसी भाई का भैन का विश्वास इदा का कि कपड़े प्रेस होण ना होण मैं वटां वाली कमा के चल जाना है, तो फिर शैतान की करेगा, फिर उसे कोई नवा शीशा छड़ देगा कि चलो जी असीं तैयार हो रहे हैं, ते उधरों
ਫੋਨ ਆ ਗਿਆ ਵੀ ਅਸੀਂ ਬਈ ਘਰੇ ਹੀ ਰਹੋ, ਅਸੀਂ ਆਉਣ ਲੱਗੇ ਹਾਂ। ਕਿ ਰਿਸ਼ਤੇਦਾਰ ਦਾ ਫੋਨ ਆ ਗਿਆ ਵੀ ਘਰੇ ਹੀ ਰਹੋ, ਅਸੀਂ ਆਉਣ ਲੱਗੇ ਹਾਂ। ਕਿਉਂ ਭਾਈ ਅੱਬਾ ਜੀ? ਹਾਲੇਲੂਇਆ ਹਾਲੇਲੂਇਆ। ਤੇ ਜੇ ਕੋਈ ਭਾਈ ਤੇ ਭੈਣ ਅੱਗੋਂ ਬੜਾ ਹੀ ਸਖਤ ਵਿਸ਼ਵਾਸ ਵਾਲਾ ਆ, ਜੇ ਤੈਨੇ ਕਹਿਤਾ ਵੀ ਕੋਈ ਗੱਲ ਨਹੀਂ, ਤੁਸੀਂ ਹੁਣ 2-3 ਘੰਟੇ ਹਟ ਕੇ ਆਇਓ, ਅਸੀਂ ਚਰਚ ਚੱਲੇ ਆ, ਤੇ 12 ਵਜੇ ਦਾ ਤੁਰਿਓ, 1 ਵਜੇ ਅਸੀਂ ਘਰ ਪਹੁੰਚ ਜਾਣਾ, ਤੇ 12-1 ਵਜੇ ਦਾ ਤੁਸੀਂ ਵੀ ਆ ਜਾਓ। ਤੇ ਫਿਰ ਸ਼ੈਤਾਨ ਸੋਚਦਾ ਵੀ ਇਹ ਫਿਰ ਤੁਰ ਪਿਆ। ਫਿਰ ਉਹਨੇ ਕਹਿਣਾ ਆ ਕਿ ਚਲੋ ਇਹਦੀ ਸਕੂਟਰੀ 'ਚ, ਇਹਦੀ ਗੱਡੀ 'ਚ, ਇਹਦੇ ਮੋਟਰਸਾਈਕਲ 'ਚ ਤੇਲ ਹੀ ਮੁਕਾ ਦਈਏ, ਪੈਂਚਰ ਕਰ ਦਈਏ, ਕੁਛ ਕਰ ਦਈਏ, ਨਾਕਾ ਲਾ ਲਈਏ, ਠੰਡ ਵਧਾ ਦਈਏ, ਮੀਂਹ ਪਵਾ ਦਈਏ, ਗਰਮੀ 'ਚ ਗਰਮੀ ਬੜੀ ਲੱਗਦੀ ਆ, ਸਰਦੀ 'ਚ ਠੰਡ ਬੜੀ ਲੱਗਦੀ ਆ, ਕੋਈ ਨਾ ਕੋਈ ਬਹਾਨਾ ਬਣਾ ਦਈਏ ਕਿ ਇਹ ਬੰਦਾ ਚਰਚ ਨਾ ਪਹੁੰਚ ਸਕੇ। ਹਾਲੇਲੂਇਆ। ਜੇ ਕਿਸੇ ਤਰ੍ਹਾਂ ਨਾਲ ਗੱਲ ਨਹੀਂ ਬਣੀ, ਉਹਨੇ ਜਾਣਾ ਹੀ ਜਾਣਾ, ਫਿਰ ਸ਼ੈਤਾਨ ਕਹਿੰਦਾ ਚੱਲ ਤੂੰ ਚੱਲ ਤੇ ਜਾ, ਮੈਂ ਫਿਰ ਤੈਨੂੰ ਘਰੇ ਲੜਾ ਕੇ ਭੇਜਣਾ। ਹਾਲੇਲੂਇਆ। ਫਿਰ ਘਰ 'ਚ ਲੜਾਈ ਪਊਗਾ, ਫਿਰ ਬੰਦਾ ਹਾਰ ਕੇ ਆਖੇ ਜਾ ਮੈਂ ਜਾਣਾ ਹੀ ਨਹੀਂ। ਹੁੰਦਾ ਏਦਾਂ ਨਹੀਂ? ਹਾਲੇਲੂਇਆ। ਹਾਲੇਲੂਇਆ। ਤੇ ਜੇ ਬੰਦਾ ਕੋਈ ਮੇਰੇ ਨਾਲ ਢੀਠ ਆ ਵੀ ਜੋ ਮਰਜ਼ੀ ਹੋ ਜਾਏ ਚਰਚ ਤੇ ਮੈਂ ਜਾਣਾ ਹੀ ਨਾ, ਤੇ ਫਿਰ ਇਹੋ ਜਿਹੀ ਲੜਾਈ ਕਰਕੇ ਘਰੋਂ ਨਿਕਲੇਗਾ ਵੀ ਬੰਦਾ ਚਰਚ 'ਚ ਬੈਠਾ ਵੀ ਜਿਹੜਾ ਦਿਮਾਗ ਆ ਉਹ ਪ੍ਰਭੂ ਵਿੱਚ ਲੱਗੇ ਨਾ ਪੂਰਾ, ਵੀ ਕੀ ਬੋਲਣ ਦਿਆ, ਕੀ ਚੱਲ ਦਿਆ, ਤੇ ਬੰਦਾ ਬੈਠਾ ਬੈਠਾ ਪ੍ਰਚਾਰ ਸੁਣਦਾ, ਗੀਤ ਗਾਉਂਦਾ, ਹੀ ਸੋਚੀ ਜਾਏ ਕੋਈ ਨਹੀਂ ਮੈਂ ਘਰ ਜਾ ਕੇ ਤੁਹਾਨੂੰ ਦੱਸਾਂਗਾ, ਮੈਂ ਵਾਪਸ ਆਉਣਾ ਫਿਰ ਤੁਹਾਨੂੰ ਦੱਸਾਂਗੀ, ਫਿਰ ਤੁਹਾਨੂੰ ਦੱਸਾਂਗਾ। ਇਹ ਰੋਜ਼ ਨਹੀਂ ਹੁੰਦਾ ਆ, ਇਹ ਸ਼ਨੀਵਾਰ ਸ਼ਾਮ ਤੋਂ ਸ਼ੁਰੂ ਹੋਣਾ ਹੁੰਦਾ ਹੈ। ਹਾਲੇਲੂਇਆ। ਮੇਰਾ ਤਜਰਬਾ ਆ, ਇਹ ਮੇਰਾ ਤਜਰਬਾ ਆ ਕਿ ਸ਼ਨੀਵਾਰ ਸ਼ਾਮ ਤੋਂ ਸ਼ੁਰੂ ਹੋਣਾ ਹੋ ਜਾਂਦਾ ਆ। ਤੋ ਭਾਈ ਸਿੰਘ ਜੀ, ਤੇ ਜਦੋਂ ਤੁਸੀਂ ਹਰੇਕ ਹਾਲਾਤ ਉੱਤੇ ਜਿੱਤ ਪਾ ਲੈਂਦੇ ਹੋ ਵੀ ਹੁਣ ਜੋ ਮਰਜ਼ੀ ਹੋ ਜੇ ਅਸੀਂ ਤੇ ਵੇਚਦਾ ਹੀ ਰਹਿਣਾ, ਪ੍ਰਭੂ 'ਚ ਜਾਣਾ ਵੀ ਆ, ਗੀਤ ਵੀ ਗਾਉਣੇ ਆ, ਵਚਨ ਵੀ ਸੁਣਨਾ ਆ, ਅਪਰਾਧਨਾ ਵੀ ਕਰਨੀ ਆ, ਫਿਰ ਸ਼ੈਤਾਨ ਕੋਈ ਥੋੜ੍ਹੇ ਹਫ਼ਤਿਆਂ ਬਾਅਦ ਤੁਹਾਨੂੰ ਤੰਗ ਕਰਨਾ ਛੱਡ ਦਿੰਦਾ ਹੈ। ਫਿਰ ਕਹਿੰਦਾ ਇਹ ਬੰਦੇ ਨੂੰ ਢੀਠ ਹੋ ਗਿਆ ਤੇ ਮੈਂ ਹੀ ਪਿੱਛੇ ਹਟ ਜਾਣਾ। ਹਾਲੇਲੂਇਆ। ਔਰ ਪ੍ਰਭੂ ਅਜਿਹੇ ਲੋਕਾਂ ਨੂੰ ਪਸੰਦ ਕਰਦਾ ਹੈ। ਪ੍ਰਭੂ ਅਜਿਹੇ ਲੋਕਾਂ ਨੂੰ ਪਸੰਦ ਕਰਦਾ ਆ ਜਿਹੜੇ ਆਤਮਾ ਸੱਚਾਈ ਨਾਲ ਪਰਮੇਸ਼ਰ ਦੀ ਕਰਦੇ ਆ, ਆਰਾਧਨਾ ਕਰਦੇ। ਔਰ ਜਿਹਨੂੰ ਮਾੜੀ ਜੀ ਠੰਡ ਨਾਲ, ਮਾੜੀ ਜੀ ਗਰਮੀ ਨਾਲ, ਮਾੜੇ ਜਿਹੇ ਮੀਂਹ ਨਾਲ ਜਿਹਨੂੰ ਰਜਾਈ 'ਚੋਂ ਨਿਕਲਣ ਨੂੰ ਦਿਲ ਨਹੀਂ ਨਾ ਕਰਦਾ, ਉਹ ਤੇ ਸ਼ੈਤਾਨ ਬੜਾ ਖੁਸ਼ ਹੁੰਦਾ ਹੈ। ਹਾਲੇਲੂਇਆ। ਉਹ ਕਿਤੇ ਮਹੀਨੇ 2 ਮਹੀਨੇ ਬਾਅਦ ਚਰਚ ਆਉਣਾ ਵੀ ਆ ਵੀ ਜਾਣਾ, ਸ਼ੈਤਾਨ ਨੇ ਗੱਲ ਕੋਈ ਗੱਲ ਨਹੀਂ, ਨੇ ਅੱਜ ਦਾ ਦਿਨ ਜਾਣਾ, ਫਿਰ ਇਹਨੇ ਜਿਹੜਾ 4 ਹਫ਼ਤੇ ਜਾਣਾ। ਤੁਹਾਨੂੰ ਚਾਹੀਦਾ ਆ ਕਿ ਅਸੀਂ ਪੂਰਨ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚੀਏ, ਕੁਛ ਵੀ ਹੋਵੇ ਅਸੀਂ ਪਰਮੇਸ਼ਰ ਦੇ ਘਰ ਵਿੱਚ ਪਹੁੰਚੀਏ। ਔਰ ਯਾਕੂਬ ਤੇ ਯੋਹੰਨਾ ਦੋਨੋਂ ਭਰਾ ਸੀ, ਔਰ ਯਿਸੂ ਮਸੀਹ ਨੇ ਕਿਹਾ ਵੀ ਆਪਣਾ ਜਾਲ ਸੁੱਟੋ ਵੀ ਮੇਰੇ ਪਿੱਛੇ ਹੋ, ਤੇ ਉਹਨੇ ਕਿਹਾ ਪ੍ਰਭੂ ਸਾਨੂੰ ਇਜਾਜ਼ਤ ਦੇ, ਅਸੀਂ ਆਪਣੇ ਪਿਓ ਨੂੰ ਦੱਬ ਆਈਏ। ਪਿਓ ਮਰ ਗਿਆ, ਕਹਿੰਦਾ ਦੱਬ ਆਈਏ। ਹਾਲੇਲੂਇਆ। ਯਿਸੂ ਨੇ ਕਿਹਾ ਮੁਰਦਿਆਂ ਨੂੰ ਮੁਰਦੇ ਦੱਬ ਲੈਣ ਦਿਓ, ਤੂੰ ਮੇਰੇ ਪਿੱਛੇ ਹੋ ਤੋ। ਤੇ ਤੁਸੀਂ ਆਖੋਗੇ ਵੀ ਇਹ ਕਿੱਦਾਂ ਦਾ ਪ੍ਰਭੂ ਆ ਜਿਹੜਾ ਪਿਓ ਨੂੰ ਨਹੀਂ ਦੱਬਦਾ। ਹਾਲੇਲੂਇਆ। ਇਹਦਾ ਮਤਲਬ ਇਹ ਨਹੀਂ ਆ, ਪ੍ਰਭੂ ਨੇ ਕਿਹਾ ਮੁਰਦਿਆਂ ਨੂੰ ਮੁਰਦੇ ਦੱਬ ਲੈਣ ਦੇ। ਜਿਹੜੇ ਲੋਕ ਮੁਰਦੇ ਆ, ਜਿਨ੍ਹਾਂ ਦਾ ਵਿਸ਼ਵਾਸ ਉੱਠਿਆ ਹੀ ਨਹੀਂ, ਜਿਨ੍ਹਾਂ ਦੇ ਅੰਦਰ ਜੀਵਨ ਨੇ ਜਨਮ ਹੀ ਨਹੀਂ ਲਿਆ, ਜਿਨ੍ਹਾਂ ਨੇ ਯਿਸੂ ਮਸੀਹ ਨੂੰ ਜੀਵਿਤ ਪਰਮੇਸ਼ਰ ਕਰਕੇ ਮੰਨਿਆ ਹੀ ਨਹੀਂ, ਉਹ ਵੀ ਮੁਰਦਾ ਨੇ, ਤੇ ਜਿਹੜੇ ਉਹਨਾਂ ਦੇ ਮਗਰ ਲੱਗੇ ਹੋਏ ਆ ਉਹ ਵੀ ਮੁਰਦਾ ਹੀ ਹੈ। ਹਾਲੇਲੂਇਆ। ਤੇ ਪ੍ਰਭੂ ਨੇ ਕਿਹਾ ਮੁਰਦਿਆਂ ਨੂੰ ਮੁਰਦੇ ਦੱਬ ਲੈਣ ਦਿਓ, ਅਸੀਂ ਜੀਵਿਤ ਪਰਮੇਸ਼ਰ ਦੇ ਪੁੱਤਰ ਆ, ਸਾਨੂੰ ਜੀਵਨ ਦੇ ਪਿੱਛੇ ਚੱਲਣਾ ਆ, ਅਸੀਂ ਜੀਵਨ ਦੇ ਪਿੱਛੇ ਤੁਰੇ ਦੇ ਆ, ਸਾਨੂੰ ਉਹਨਾਂ ਲੋਕਾਂ ਦੀ ਜ਼ਿਆਦਾ ਪ੍ਰਵਾਹ ਕਰਨ ਦੀ ਲੋੜ ਨਹੀਂ ਆ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਕਰਕੇ ਨਹੀਂ ਜਾਣਦੇ।
ਹਾਲੇਲੂਇਆ। ਕਿ ਮੇਰੀ ਗੱਲ ਨੂੰ ਸਮਝਿਆ ਹੈ? ਯੈਸ। ਜਿਹੜੇ ਲੋਕ ਯਿਸੂ ਮਸੀਹ ਨੂੰ ਪਰਮੇਸ਼ਰ ਕਰਕੇ ਨਹੀਂ ਜਾਣਦੇ, ਉਹ ਮੁਰਦੇ ਲੋਕ ਹੈ। ਉਹਨਾਂ ਦੇ ਅੰਦਰ ਜੀਵਨ ਦਾ ਆਤਮਾ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਾਣ ਨਹੀਂ ਹੈ। ਉਹਨਾਂ ਦੇ ਅੰਦਰ ਬਸ ਜਿਵੇਂ ਇੱਕ ਜਾਨਵਰ ਤੁਰਿਆ ਫਿਰਦਾ ਹੈ, ਉਸੇ ਤਰ੍ਹਾਂ ਔਰ ਸ਼ੈਤਾਨ ਨੇ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ। ਔਰ ਐਸੇ ਸਮੇਂ ਦੇ ਅੰਦਰ ਪਰਮੇਸ਼ਰ ਦਾ ਆਤਮਾ ਜ਼ੋਰ ਮਾਰ ਰਿਹਾ ਆ, ਸ਼ੈਤਾਨ ਦਾ ਆਤਮਾ ਵੀ ਜ਼ੋਰ ਮਾਰ ਰਿਹਾ ਹੈ, ਔਰ ਪਰਮੇਸ਼ਰ ਦਾ ਆਤਮਾ ਵੀ ਜ਼ੋਰ ਮਾਰ ਰਿਹਾ ਹੈ। ਹਾਲੇਲੂਇਆ। ਔਰ ਅਸੀਂ ਆਪਣੇ ਵਿਸ਼ੇ ਤੇ ਆਵਾਂਗੇ। ਮੈਂ ਬਸ ਇਹੀ ਕਹਿ ਰਿਹਾ ਸੀਗਾ ਕਿ ਤੁਹਾਨੂੰ ਦਲੇਰ ਔਰ ਚੌਕਸ ਹੋਣਾ ਚਾਹੀਦਾ ਆ ਕਿ ਕਿਤੇ ਸ਼ੈਤਾਨ ਸਾਡੇ ਮਗਰ ਲੱਗਾ ਹੋਵੇ। ਤੁਸੀਂ ਆਪਣੇ ਘਰ ਤੋਂ ਦੁਆ ਕਰਕੇ ਤੁਰਿਆ ਕਰੋ ਚਰਚ ਆਉਂਦੇ। ਹਾਲੇਲੂਇਆ। ਆਪਣੇ ਘਰ ਤੋਂ ਦੁਆ ਕਰਕੇ ਤੁਰੋ ਤਾਂ ਕਿ ਤੁਸੀਂ ਰਸਤੇ ਵਿੱਚ ਤੁਹਾਡਾ ਸੰਸਾਰਿਕ, ਸਰੀਰਿਕ, ਦਿਮਾਗੀ ਸੰਤੁਲਨ ਜਿਹੜਾ ਆ ਉਹ ਬਣਿਆ ਰਹੇ। ਸ਼ੈਤਾਨ ਤੁਹਾਡੇ ਦਿਮਾਗ ਨੂੰ ਸੱਟ ਨਾ ਮਾਰੇ। ਔਰ ਵੇਖੋ ਇੱਥੇ ਮਗਰ ਹੀ ਆ ਜਾਂਦਾ ਹੈ। ਹਾਲੇਲੂਇਆ। 2-3 ਹਫ਼ਤੇ ਲਗਾਤਾਰ ਹੋ ਗਿਆ ਕਿਉਂਕਿ ਇੱਥੇ ਵੀ ਚਲਦੀ ਬੰਦਗੀ ਦੇ ਵਿੱਚ। ਔਰ ਇਸ ਚੀਜ਼ ਦਾ ਵੀ ਹੁਣੇ ਹੀ ਹੋ ਜਾਏਗਾ, ਥੋੜੀ ਦੇਰ ਤੱਕ ਹੀ ਹੱਲ ਹੋ ਜਾਏਗਾ। ਇਸੇ ਲਈ ਨਬੀ ਦੱਸਦਾ ਆ ਕਿ ਸਾਡੇ ਚਰਚ ਦੇ ਬਾਹਰ ਜਿਹੜੇ ਆ ਠੀਕਰ ਖੜੇ ਰਹਿਣੇ ਚਾਹੀਦੇ ਆ ਕਿ ਕੋਈ ਸ਼ਰਾਰਤੀ ਬੰਦਾ, ਕੋਈ ਰੌਲਾ ਪਾਉਣ ਵਾਲਾ ਬੰਦਾ ਚਰਚ ਦੇ ਵਿੱਚ ਆ ਕੇ ਬੋਲ ਬੁਲਾਣਾ ਨਾ ਕਰੇ। ਯੈਸ। ਹਾਲੇਲੂਇਆ। ਔਰ ਚਾਹੀਦਾ ਆ ਕਿ ਜਦ ਅਸੀਂ ਪ੍ਰਭੂ ਚਾਹੁੰਦੇ ਆ, ਸਾਨੂੰ ਬੜੇ ਨਰਮ ਢੰਗ ਦੇ ਨਾਲ ਪ੍ਰਭੂ 'ਚ ਆਉਣਾ ਚਾਹੀਦਾ ਹੈ। ਔਰ ਅਸੀਂ ਆਪਣੇ ਵਿਸ਼ੇ ਤੇ ਆਉਂਦੇ ਆ। ਅਸੀਂ ਦੇਖਿਆ ਆ ਅਹਾਬ ਦੀ ਮੌਤ ਤੋਂ ਬਾਅਦ ਅਹਜੀਆ ਕਰਕੇ ਇੱਕ ਮਨੁੱਖ ਆ, ਜਿਹੜਾ ਉਹਦਾ ਪੁੱਤਰ ਆ, ਉਹਦੇ ਵੰਸ਼ ਹੋਇਆ, ਉਹਦਾ ਪੁੱਤਰ ਆ, ਉਹ ਰਾਜਾ ਬਣਿਆ। ਔਰ ਇਹਦੇ ਤੇ ਮੈਂ ਬੜੀ ਵਾਰ ਪ੍ਰਚਾਰ ਕੀਤਾ ਆ। ਔਰ ਅਹਜੀਆ ਜਿਹੜਾ ਆ ਉਹ ਇੱਕ ਖਿੜਕੀ ਦੇ ਵਿੱਚੋਂ ਥੱਲੇ ਡਿੱਗ ਗਿਆ ਕਾਕੀ ਚੋਂ, ਤੇ ਉਹਦੇ ਸੱਟ ਲੱਗ ਗਈ ਆ। ਉਹ ਬਿਮਾਰ ਰਹਿੰਦਾ ਆ, ਮੰਜੇ ਤੇ ਰਹਿੰਦਾ ਹੈ, ਤੇ ਮੰਜੇ ਤੋਂ ਹੇਠਾਂ ਨਹੀਂ ਉਤਰਦਾ। ਤੇ ਬੜਾ ਹੀ ਉਹਨੇ ਇਲਾਜ ਕਰਾ ਲਿਆ। ਦੇਖੋ ਜੀ, ਜਿਹੜਾ ਰਾਜਾ ਹੋਵੇਗਾ ਕੀ ਉਹ ਕਿਸੇ ਪਾਸੇ ਇਲਾਜ ਦੀ ਕਮੀ ਰਹੇਗੀ? ਬੜਾ ਇਲਾਜ ਕਰਾ ਲਿਆ ਹੈ। ਮੰਜੇ ਤੇ ਪਿਆ ਹੋਇਆ ਆ, ਇਜ਼ਰਾਈਲ ਦਾ ਰਾਜਾ ਆ। ਔਰ ਇਜ਼ਰਾਈਲ ਪਰਮੇਸ਼ਰ ਦੀ ਨਿੱਜ ਪਰਚਾ ਹੈ। ਔਰ ਬਾਈਬਲ ਬਿਆਨ ਕਰਦੀ ਆ ਕਿ ਅਹਾਬ ਦੀ ਮੌਤ ਤੋਂ ਬਾਅਦ, ਅਹਾਬ ਦੀ ਮੂਰਤੀ ਪੂਜਕ ਹੋ ਗਿਆ ਸੀਗਾ, ਤੇ ਅਹਾਬ ਦੀ ਮੌਤ ਤੋਂ ਬਾਅਦ ਇਜ਼ਰਾਈਲ ਜਿਹੜਾ ਆ ਉਹ ਜ਼ਿਆਦਾ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਤੇ ਅਹਜੀਆ ਰਾਜਾ ਨੇ ਕੀ ਕੀਤਾ ਆ? ਮੰਜੇ ਤੇ ਪਿਆ ਆ। ਮੈਂ ਤੇ 1-2 ਵਾਰ ਸ਼ਾਇਦ ਪਹਿਲਾਂ ਵੀ ਪ੍ਰਚਾਰ ਕੀਤਾ ਹੋਇਆ ਆ। ਉਹਨੇ ਆਪਣੇ ਹਲਕਾਰੇ ਨੂੰ, ਆਪਣੇ ਸਿਪਾਹੀ ਨੂੰ ਘੱਲਿਆ ਕਿ ਜਾ ਲਾਗੇ ਇੱਕ ਬੇਪਰਤੀਤਾ ਮੁਲਕ ਆ, ਮੂਰਤੀ ਪੂਜਕ ਦੇਸ਼ ਆ, ਜਿਹਦਾ ਨਾਮ ਆ ਅਕਰੋਨ। ਵੀ ਅਕਰੋਨ ਦੇ ਦੇਵਤੇ ਕੋਲ ਜਾ, ਉਹਨਾਂ ਨੂੰ ਪੁੱਛ ਕੇ ਆ ਵੀ ਸਾਡਾ ਰਾਜਾ ਠੀਕ ਹੋ ਜਾਏਗਾ। ਹਾਲੇਲੂਇਆ। ਤੇ ਉਸ ਵੇਲੇ ਧਰਤੀ ਦੇ ਉੱਤੇ ਪਰਮੇਸ਼ਰ ਦਾ ਨਬੀ ਕੌਣ ਆ? ਏਲੀਆ। ਏਲੀਆ ਮਹਾਨ ਨਬੀਆਂ ਵਿੱਚੋਂ ਇੱਕ ਨਬੀ, ਵੱਡੇ ਨਬੀਆਂ ਵਿੱਚੋਂ ਇੱਕ ਨਬੀ, ਜਿਹਦਾ ਨਾਮ ਆ ਏਲੀਆ। ਉਹ ਏਲੀਆ ਜਿਹਨੇ ਅਹਾਬ ਦੇ ਦਿਨਾਂ 'ਚ ਕਹਿਤਾ ਕਿ ਜਿੰਨੀ ਦੇਰ ਮੈਂ ਨਾ ਕਹਾਂ ਓਨੀ ਦੇਰ ਧਰਤੀ ਉੱਤੇ ਬਾਰਿਸ਼ ਨਹੀਂ ਹੋਵੇਗੀ, ਓਨੀ ਦੇਰ ਤੱਕ ਤਰੇਲ ਦੀ ਇੱਕ ਬੂੰਦ ਨਹੀਂ ਡਿੱਗੇਗੀ ਆਕਾਸ਼ ਤੋਂ। ਹਾਲੇਲੂਇਆ। 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 3.5 ਸਾਲ ਧਰਤੀ ਦੇ ਉੱਤੇ ਬਾਰਿਸ਼ ਨਹੀਂ ਹੋਈ, ਅਕਾਲ ਪੈ ਗਿਆ। ਏਲੀਆ ਉਹ ਨਬੀ ਹੈ ਜਿਹਨੇ ਕਿਹਾ, ਅਕਾਲ ਦੇ ਦਿਨਾਂ 'ਚ ਸਾਰਪਤ ਦੀ ਵਿਧਵਾ ਔਰਤ ਨੂੰ ਕਿਹਾ ਕਿ ਜਾ ਮੇਰੇ ਲਈ ਮੁੱਠੀ ਆਟਾ ਲੈ ਕੇ ਆ, ਚੱਪਾ ਰੋਟੀ ਲੈ ਕੇ ਆ। ਤੇ ਉਹਨੇ ਕਿਹਾ ਕਿ ਪੀਪੇ 'ਚ ਥੋੜਾ ਜਿਹਾ ਆਟਾ ਆ, ਥੋੜਾ ਜਿਹਾ ਤੇਲ ਆ, ਤੇ ਅਸੀਂ ਮਾਂ ਪੁੱਤਰ ਬਸ ਉਹਨੂੰ ਗੁੰਨ ਕੇ ਖਾਵਾਂਗੇ ਤੇ ਫਿਰ ਮੌਤ ਦੀਆਂ ਘੜੀਆਂ ਗਿਣਾਂਗੇ। ਕੋਈ ਸਾਡੇ ਕੋਲ ਰਾਸ਼ਨ ਨਹੀਂ, ਅਕਾਲ ਪਿਆ ਹੋਇਆ ਆ, ਕੋਈ ਭੋਜਨ ਨਹੀਂ ਮਿਲ ਰਿਹਾ। ਉਦੋਂ ਜਿਵੇਂ ਅੱਜ ਕੱਲ੍ਹ ਸਰਕਾਰਾਂ ਲੋਕਾਂ ਦੇ ਘਰਾਂ 'ਚ ਰਾਸ਼ਨ ਦੇ ਰਹੀਆਂ ਨੇ, ਉਸ ਤਰ੍ਹਾਂ ਦਾ ਸਮਾਂ ਨਹੀਂ ਸੀ। 'ਚ 3.5 ਸਾਲ ਅਕਾਲ ਪਿਆ ਰਿਹਾ।
ਤੇ ਏਲੀਆ ਨੇ ਕਿਹਾ ਸੀ ਕਿ ਇਹ ਬੀਬੀ ਜਾ ਪਹਿਲਾਂ ਮੇਰੇ ਲਈ ਲਿਆ, ਯਹੋਵਾ ਪਰਮੇਸ਼ਰ ਇੰਜ ਫਰਮਾਉਂਦਾ ਆ ਕਿ ਨਾ ਤੇਰੀ ਕੁੱਪੀ ਚੋਂ ਤੇਲ ਮੁੱਕੇਗਾ ਤੇ ਨਾ ਹੀ ਤੇਰੇ ਪੀਪੇ ਚੋਂ ਆਟਾ ਮੁੱਕੇਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੇ ਜਿੰਨੀ ਦੇਰ ਸਾਰੀ ਧਰਤੀ ਤੇ ਕਾਰ ਪਿਆ ਰਿਹਾ, ਉਨੀ ਦੇਰ ਪਰਮੇਸ਼ਰ ਦੇ ਵਚਨ ਦੇ ਦੁਆਰਾ ਏਲੀਆ ਦੇ ਕਹੇ ਅਨੁਸਾਰ ਉਹ ਔਰਤ ਵਿਧਵਾ ਜਿਹੜੀ ਆ ਆਪਣੀ ਟਰਮੀ ਚੋਂ ਜਿੰਨਾ ਹੀ ਆਟਾ ਕੱਢ ਲੈਂਦੀ ਸੀ ਓਨਾ ਹੀ ਫਿਰ ਵਿੱਚ ਕਰ ਸਕਦੀ। ਹਾਲੇਲੂਇਆ ਹਾਲੇਲੂਇਆ। ਉਹ ਖਾ ਰਹੀ ਸੀ ਤੇ ਉਹੀ ਏਲੀਆ ਅਜੇ ਵੀ ਧਰਤੀ ਦੇ ਉੱਤੇ ਸੀ। ਤੇ ਅਹਿਜਿਆ ਬਾਦਸ਼ਾਹ ਨੇ ਜਿਹੜਾ ਬੰਦਾ ਘੱਲਿਆ, ਜਾ ਬਈ ਅਕਰੋਨ ਦੇ ਦੇਵਤੇ ਕੋਲ ਪੁੱਛ ਲਿਆ ਕਿ ਸਾਡਾ ਬਾਦਸ਼ਾਹ ਚੰਗਾ ਹੋਵੇਗਾ, ਸਾਡਾ ਰਾਜਾ ਠੀਕ ਹੋ ਜਾਏਗਾ। ਤੇ ਜੇ ਜਾ ਰਿਹਾ ਤੇ ਰਸਤੇ ਦੇ ਵਿੱਚ ਏਲੀਆ ਟੱਕਰ ਪਿਆ। ਰਸਤੇ 'ਚ ਏਲੀਆ ਨੇ ਕਿਹਾ ਇੱਧਰ ਆ ਬਈ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਕਿੱਧਰ ਚੱਲਿਆ? ਕਹਿੰਦਾ ਮੈਂ ਅਕਰੋਨ ਦੇ ਦੇਵਤੇ ਕੋਲ ਪੁੱਛਣ ਚੱਲਿਆ ਵੀ ਸਾਡਾ ਰਾਜਾ ਠੀਕ ਹੋ ਜਾਏਗਾ। ਏਲੀਆ ਨੇ ਕਿਹਾ ਵੀ ਇੱਥੋਂ ਹੀ ਮੁੜ ਜਾ ਤੇ ਜਾ ਆਪਣੇ ਬਾਦਸ਼ਾਹ ਨੂੰ ਕਹਿ ਵੀ ਕੀ ਇਜ਼ਰਾਈਲ ਦੇ ਵਿੱਚ ਕੋਈ ਪਰਮੇਸ਼ਰ ਨਹੀਂ। ਯਸ ਹਾਲੇਲੂਇਆ। ਸਾਡਾ ਅੱਜ ਦਾ ਇਹੀ ਵਿਸ਼ਾ ਆ ਕਿ ਕੀ ਇਜ਼ਰਾਈਲ ਦੇ ਵਿੱਚ ਕੋਈ ਪਰਮੇਸ਼ਰ ਨਹੀਂ। ਉਹਨੇ ਕਿਹਾ ਕਿ ਇਜ਼ਰਾਈਲ ਦੇ ਅੰਦਰ ਕੋਈ ਪਰਮੇਸ਼ਰ ਨਹੀਂ ਕਿ ਤੂੰ ਹੁਣ ਮੂਰਤੀ ਪੂਜਕ ਲੋਕਾਂ ਦੇ ਵੱਲ ਤੁਰਿਆ ਆ। ਕੀ ਸਾਡਾ ਯਹੋਵਾ ਪਰਮੇਸ਼ਰ ਜਿੰਦਾ ਪਰਮੇਸ਼ਰ ਨਹੀਂ? ਹਾਲੇਲੂਇਆ। ਕੀ ਸਾਡੇ ਪਰਮੇਸ਼ਰ 'ਚ ਦੀ ਤਾਕਤ ਨਹੀਂ? ਕੀ ਉਹ ਤੇਰੀ ਬਿਮਾਰੀ ਨੂੰ ਦੂਰ ਨਹੀਂ ਕਰ ਸਕਦਾ? ਕੀ ਉਹ ਤੇਰੀ ਜੋ ਵੀ ਤੇਰੀ ਪ੍ਰੋਬਲਮ ਹੈ, ਜਿਹੜੀਆਂ ਵੀ ਤੇਰੀਆਂ ਹੱਡੀਆਂ ਡਿੱਗਣ ਨਾਲ ਟੁੱਟ ਗਈਆਂ ਨੇ, ਕੀ ਉਹ ਉਹਨਾਂ ਨੂੰ ਠੀਕ ਨਹੀਂ ਕਰ ਸਕਦਾ? ਹਾਲੇਲੂਇਆ। ਔਰ ਉਹਨੇ ਕਿਹਾ ਇੱਥੋਂ ਹੀ ਮੁੜ ਜਾ ਔਰ ਆਪਣੇ ਰਾਜੇ ਨੂੰ ਜਾ ਕੇ ਕਹਿ ਕਿ ਜਾ ਯਹੋਵਾ ਪਰਮੇਸ਼ਰ ਇੰਜ ਫਰਮਾਉਂਦਾ ਆ ਕਿ ਜਿਸ ਮੰਜੇ ਉੱਤੇ ਤੂੰ ਪਿਆ ਹੋਇਆ ਆ ਉੱਥੋਂ ਕਦੀ ਨਹੀਂ ਉੱਠੇਗਾ, ਉਸੇ ਮੰਜੇ ਉੱਤੇ ਤੂੰ ਮਰ ਜਾਏਗਾ। ਹਾਲੇਲੂਇਆ। ਉਹ ਬੰਦਾ ਗਿਆ, ਪਿੱਛੇ ਚਲਾ ਗਿਆ, ਵਾਪਸ ਚਲਾ ਗਿਆ। ਜਾ ਕੇ ਅਜੇ ਪਹੁੰਚਿਆ ਹੀ ਮਹਿਲ 'ਚ, ਰਾਜਾ ਕਹਿੰਦਾ ਬੜੀ ਛੇਤੀ ਆ ਗਿਆ। ਉਹਨੇ ਸੋਚਿਆ ਹੋ ਸਕਦਾ 2-3 ਦਿਨ ਦਾ ਸਮਾਂ ਲੱਗ ਜਾਏ, 2 ਦਿਨ ਜਾਣ ਨੂੰ ਲੱਗ ਜਾਣ, 2 ਦਿਨ ਆਉਣ ਨੂੰ ਲੱਗ ਜਾਣ। ਉਹਨੇ ਉਧਰ ਹੀ ਆ ਗਿਆ ਵਾਪਸ। ਉਹਨੇ ਕਿਹਾ ਵੀ ਰਾਜਾ ਮੈਂ ਜਾ ਰਿਹਾ ਸੀ, ਮੈਨੂੰ ਇੱਕ ਰਸਤੇ 'ਚ ਮਨੁੱਖ ਮਿਲਿਆ, ਉਹਨੇ ਮੈਨੂੰ ਵਾਪਸ ਭੇਜ ਦਿੱਤਾ ਤੇ ਉਹਨੇ ਮੈਨੂੰ ਇਹ ਕਿਹਾ ਆ ਕਿ ਕੀ ਇਜ਼ਰਾਈਲ ਦੇ ਵਿੱਚ ਕੋਈ ਪਰਮੇਸ਼ਰ ਨਹੀਂ। ਰਾਜਾ ਨੇ ਪੁੱਛਿਆ ਕਿੱਦਾਂ ਦਾ ਸੀ? ਉਹਨੇ ਕਿਹਾ ਵੀ ਉਹ ਇਸ ਤਰ੍ਹਾਂ ਦਾ ਮਨੁੱਖ ਸੀ, ਉਹਨੇ ਲੱਕ ਤੇ ਪੇਟੀ ਬੰਨੀ ਹੋਈ ਸੀ ਤੇ ਜੱਟ ਵਾਲਾ ਆਦਮੀ ਸੀ, ਉਹਦੇ ਸਰੀਰ ਦੇ ਉੱਤੇ ਲੰਬੇ ਲੰਬੇ ਵਾਲ ਸਨ। ਤੇ ਰਾਜੇ ਨੇ ਕਿਹਾ ਵੀ ਇਹ ਜ਼ਰੂਰ ਏਲੀਆ ਹੈ। ਤਿਸ਼ਬੀ ਉਹਦੀ ਕੋਈ ਮਤਲਬ ਉੱਥੋਂ ਦਾ ਕੋਈ ਏਰੀਆ ਹੈ ਜਿੱਥੇ ਉਹ ਰਹਿੰਦਾ ਆ। ਇਹ ਜ਼ਰੂਰ ਏਲੀਆ ਹੀ ਆ ਜਿਹਨੇ ਤੈਨੂੰ ਵਾਪਸ ਭੇਜਿਆ। ਹਾਲੇਲੂਇਆ। ਉਹਨੇ ਕਿਹਾ ਵੀ ਜਾ ਫਿਰ ਉਹਦੇ ਕੋਲ ਵਾਪਸ ਜਾ। ਰਾਜੇ ਨੇ ਪੁੱਛਿਆ, ਰਾਜੇ ਨੇ ਕੀ ਕੀਤਾ? ਰਾਜੇ ਨੇ 50 ਬੰਦਿਆਂ ਦਾ ਇੱਕ ਜੱਥਾ ਭੇਜਿਆ ਵੀ ਜਾ ਉਹਨੂੰ ਪੁੱਛ ਕੇ ਆ ਵੀ ਰਾਜਾ ਠੀਕ ਹੋ ਜਾਏਗਾ। ਤੇ ਵੇਖੋ ਹੋਇਆ ਕਿ ਪਹਿਲੀ ਗਲਤੀ ਜਿਹੜੀ ਸਭ ਤੋਂ ਵੱਡੀ ਪਰਮੇਸ਼ਰ ਦੀ ਨਜ਼ਰ 'ਚ ਗਲਤੀ ਆ, ਪਰਮੇਸ਼ਰ ਯਹੋਵਾ ਨੂੰ ਛੱਡ ਕੇ ਕਿਸੇ ਹੋਰ ਨੂੰ ਪੁੱਛਣਾ, ਕਿਸੇ ਹੋਰ ਨੂੰ ਪਰਮੇਸ਼ਰ ਦਾ ਦਰਜਾ ਦੇਣਾ। ਅੱਜ ਪਰਮੇਸ਼ਰ ਦੇ ਨਾਲ ਬਿਲਕੁਲ ਚੰਗੀ ਨਹੀਂ ਲੱਗਦਾ। ਹਾਲੇਲੂਇਆ। ਅੱਜ ਲੋਕਾਂ ਦੀਆਂ ਬਿਮਾਰੀਆਂ ਠੀਕ ਨਾ ਹੋਣ ਤੇ ਉਹ ਕਹਿੰਦੇ ਵੀ ਅਸੀਂ ਪ੍ਰਭੂ ਨੂੰ ਛੱਡ ਕੇ ਤੇ ਹੋਰ ਟੁੱਟ ਕੇ ਅਪਣਾਉਂਦੇ ਰਹਿੰਦੇ ਆ। ਕਦੇ ਧਾਗੇ ਪਵਾ ਲਓ, ਕਦੇ ਤਬੀਨ ਪਵਾ ਲਓ, ਕਦੇ ਮਸਾਜ ਕਰਾ ਲਓ, ਕਦੇ ਕੁਛ ਕਰਾ ਲਓ ਤੇ ਪ੍ਰਭੂ ਨੂੰ ਨਹੀਂ, ਪ੍ਰਭੂ ਦੇ ਅੱਗੇ ਆਪਣੀ ਪਰੇਸ਼ਾਨੀ ਦਾ ਹੱਲ ਨਹੀਂ ਰੱਖਣਗੇ ਤੇ ਵਿਸ਼ਵਾਸ ਨਹੀਂ ਕਰਨਗੇ ਕਿ ਇਜ਼ਰਾਈਲ ਦਾ ਪਰਮੇਸ਼ਰ ਯਹੋਵਾ ਸਾਨੂੰ ਬਚਾ ਸਕਦਾ ਹੈ। ਇਹੀ ਸਾਡਾ ਵਿਸ਼ਾ ਆ ਕਿ ਕੀ ਇਜ਼ਰਾਈਲ ਦੇ ਵਿੱਚ ਕੋਈ ਪਰਮੇਸ਼ਰ ਨਹੀਂ ਜਿਹੜਾ ਸਾਡੀਆਂ ਬਿਮਾਰੀਆਂ ਠੀਕ ਕਰ ਸਕਦਾ ਹੈ। ਤੇ ਜਦ ਤੁਸੀਂ ਇਸ ਚੈਪਟਰ ਨੂੰ ਪੜ੍ਹਦੇ ਹੋ ਤੁਹਾਨੂੰ ਪਤਾ ਲੱਗੇਗਾ। ਮੈਂ ਤੁਹਾਨੂੰ ਸ਼ਾਰਟ 'ਚ ਹੀ ਥੋੜਾ ਜਿਹਾ ਦੱਸ ਦਿੰਦਾ ਆ। ਰਾਜੇ ਨੇ ਕਿਹਾ ਵੀ ਤੁਸੀਂ ਜਾਓ, 50 ਬੰਦਿਆਂ ਦੇ ਇੱਕ ਗਰੁੱਪ ਭੇਜਿਆ ਵੀ ਜਾਓ ਉਹਨੂੰ ਪੁੱਛ ਕੇ ਆਓ। ਤੇ ਜਦੋਂ ਉਹ ਗਿਆ ਆ ਤੇ ਏਲੀਆ ਤਿਸ਼ਬੀ ਜਿਹੜਾ ਆ ਉਹ ਪਹਾੜ ਦੇ ਉੱਤੇ ਜਾ ਪਹੁੰਚਿਆ ਆ। ਜਿੱਥੇ ਵੀ ਉਹ ਪਹਾੜ ਦੇ ਉੱਤੇ ਬਹਿ ਕੇ ਦੁਆ ਕਰਦਾ ਆ, ਉਹ ਬਿਲਕੁਲ ਉੱਪਰ ਟੀਸੀ ਤੇ ਜਾ ਪਹੁੰਚਿਆ।
ਇਹਦੀ ਭਾਈ ਦੱਸ ਇਹਦੀ ਤੁਸੀਂ 15 ਆਇਤ ਤੋਂ ਪੜ੍ਹੇ ਹੋ ਜਾਓ। ਅਤੇ ਯਹੋਵਾ ਦੂਤ ਨੇ ਏਲੀ ਨੂੰ ਆਖਿਆ ਉਸ ਦੇ ਨਾਲ ਹੇਠਾਂ ਜਾ। ਅੱਛਾ ਇਹ ਉੱਪਰ ਆਇਓ 8 ਆਇਤ ਤੋਂ ਪੜ੍ਹੋ। ਤਾਂ ਉਹਨਾਂ ਨੇ ਉਸ ਨੂੰ ਆਖਿਆ, ਇੱਕ ਜੱਤ ਵਾਲਾ ਆਦਮੀ ਜਿਹਦੇ ਲੱਕ ਦੁਆਲੇ ਚਮੜੇ ਦੀ ਚੇਟੀ ਬੱਧੀ ਹੋਈ ਸੀ। ਤਾਂ ਦੋ ਬੋਲਿਆ ਤਾਂ ਉਹ ਤਾਂ ਏਲੀਆ ਹੀ ਹੈ। ਹਾਂਜੀ ਤਦ ਉਸਨੇ 50 ਦੇ ਸਰਦਾਰ ਨੂੰ ਉਹਦੇ 50 ਸਿਪਾਹੀਆਂ ਦੇ ਨਾਲ ਉਹਦੇ ਕੋਲ ਘੱਲਿਆ। ਸੋ ਉਹਦੇ ਕੋਲ ਗਿਆ ਤੇ ਵੇਖੋ ਉਹ ਇੱਕ ਟਿੱਲੇ ਦੀ ਚੋਟੀ ਤੇ ਬੈਠਾ ਸੀ। ਹਾਂਜੀ ਉਸਨੇ ਉਹਨੂੰ ਆਖਿਆ, ਹੇ ਪਰਮੇਸ਼ਰ ਦੇ ਬੰਦੇ, ਪਾਤਸ਼ਾਹ ਨੇ ਆਖਿਆ ਹੈ ਕਿ ਉਤਰ ਆ। ਏਲੀਆ ਨੇ 50 ਦੇ ਸਰਦਾਰ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ਰ ਦਾ ਬੰਦਾ ਹਾਂ ਤਾਂ ਆਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ 50 ਨੂੰ ਭਸਮ ਕਰ ਦੇਵੇ। ਆਮੀਨ ਹਾਲੇਲੂਇਆ ਹਾਲੇਲੂਇਆ। ਦੇਖੋ ਰਾਜੇ ਨੇ ਭੇਜਿਆ ਕਿ ਜਾਓ 50 ਜਣੇ ਜਾਓ ਤੇ ਉਹਨੂੰ ਲੈ ਆਓ, ਏਲੀਆ ਨੂੰ ਲੈ ਕੇ ਆਓ ਮੇਰੇ ਕੋਲ। ਪਹਿਲੀ ਗਲਤੀ ਰਾਜੇ ਨੇ ਇਹ ਕੀਤੀ ਵੀ ਇੱਕ ਤੇ ਉਹਨੇ ਦੂਸਰੇ ਦੇਵਤਿਆਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ। ਦੂਸਰੀ ਗਲਤੀ ਹੁਣ ਇਹ ਕਰ ਰਿਹਾ ਆ ਕਿ ਬਜਾਏ ਦੇਖੋ ਪਰਮੇਸ਼ਰ ਦਾ ਜਿਹੜਾ ਨਬੀ ਆ, ਪਰਮੇਸ਼ਰ ਦਾ ਜਿਹੜਾ ਦਾਸ ਆ, ਉਹ ਕੋਈ ਐਵੇਂ ਨਹੀਂ ਹੈ ਕਿ ਜੋ ਮਰਜ਼ੀ ਜਿੱਧਰ ਨੂੰ ਮਰਜ਼ੀ ਚਲਾਈ ਜਾਓ। ਹਾਲੇਲੂਇਆ ਹਾਲੇਲੂਇਆ। ਉਹਨੂੰ ਰਾਜੇ ਦੇ ਸਿਪਾਹੀ ਜਾ ਕੇ ਕਹਿ ਰਿਹਾ ਉਹ ਆਪ ਹੀ ਥੱਲੇ ਆ, ਰਾਜੇ ਤੈਨੂੰ ਬੁਲਾਇਆ। ਸੱਦਿਆ ਆ। ਤੇ ਏਲੀਆ ਕੁਝ ਵੀ ਕਹਿੰਦਾ ਜੇ ਮੈਂ ਪਰਮੇਸ਼ਰ ਦਾ ਦਾਸ ਆ ਤੇ ਹੁਣੇ ਆਕਾਸ਼ ਤੋਂ ਅੱਗ ਆਵੇ ਤੇ ਤੁਹਾਨੂੰ ਸਾੜ ਕੇ ਸਵਾਹ ਕਰ ਦੇ। ਉਸੇ ਵੇਲੇ ਹੀ ਆਕਾਸ਼ ਤੋਂ ਅੱਗ ਉਤਰੀ ਤੇ 50 ਦੇ 50 ਜਿਹੜਾ ਜੱਥਾ ਸੀਗਾ ਉਹਨਾਂ ਸਾਰਿਆਂ ਨੂੰ ਭਸਮ ਕਰ ਦਿੱਤਾ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦੇ ਬੰਦੇ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਆ ਕਿ ਉਸ ਨੂੰ ਬੁਲਾਉਣ ਕੋਈ ਰਾਜੇ ਦਾ ਸੰਦੇਸ਼ਵਾਹਕ ਆਇਆ ਆ ਤੇ ਜਾਂ ਕੋਈ ਬੜਾ ਵੱਡਾ ਮੰਤਰੀ ਆਇਆ ਆ ਜਾਂ ਕੋਈ ਬਹੁਤ ਆਮ ਜਿਹਾ ਮਨੁੱਖ ਆਇਆ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਪਰਮੇਸ਼ਰ ਦਾ ਬੰਦਾ ਆ, ਉਹ ਪਰਮੇਸ਼ਰ ਦਾ ਨਬੀ ਆ ਤੇ ਉਸ ਨੂੰ ਇਹ ਨਹੀਂ ਕਈ ਲੋਕੀ ਕੀ ਕਰਦੇ ਆ ਚਰਚਾਂ ਦੇ ਵਿੱਚ, ਜੇ ਕੋਈ ਵੱਡੇ ਅਹੁਦੇ ਵਾਲਾ ਬੰਦਾ ਆ ਜੇ ਨਾ ਉਹਨੂੰ ਅੱਗੇ ਭਾਲਣਗੇ। ਹਾਲੇਲੂਇਆ। ਉਹਨੂੰ ਅੱਗੇ ਭਾਲ ਦੇਣਗੇ ਵੀ ਇਹ ਨਹੀਂ ਬੜਾ ਵੱਡਾ ਬੰਦਾ ਜੀ, ਇਹ ਅਫਸਰ ਲੱਗਾ ਜੀ, ਇਹ ਉੱਚ ਇੰਸਪੈਕਟਰ ਲੱਗਾ ਵਾ, ਇਹ SSP ਦਫ਼ਤਰ ਲੱਗਾ ਵਾ। ਪਰਮੇਸ਼ਰ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੈ। ਪਰਮੇਸ਼ਰ ਦੀ ਨਜ਼ਰ ਵਿੱਚ ਚਰਚ ਦੇ ਅੰਦਰ ਚਾਹੇ ਚਰਚ ਛੋਟਾ ਆ ਚਾਹੇ ਕੋਈ ਚਰਚ ਵੱਡਾ ਆ, ਕੋਈ ਵੀ ਮਨੁੱਖ ਵੱਡਾ ਨਹੀਂ ਆ। ਇੱਥੇ ਕੇਵਲ ਯਿਸੂ ਮਸੀਹ ਹੀ ਆਦਰ ਦੇ ਯੋਗ ਆ। ਇੱਥੇ ਕੇਵਲ ਯਿਸੂ ਮਸੀਹ ਹੀ ਆ ਜੋ ਸਭਨਾਂ ਨਾਲੋਂ ਵੱਡਾ ਹੈ। ਹਾਲੇਲੂਇਆ। ਤੁਸੀਂ ਇਹ ਨਹੀਂ ਕਹਿ ਸਕਦੇ ਵੀ DC ਆ ਗਿਆ ਚਰਚ ਤੇ ਹੁਣ DC ਨੂੰ ਚਰਚ ਪੁਲਪਟ ਦੇ ਲਾਗੇ ਕੁਰਸੀ ਢਾ ਦਿਓ। ਪਹਿਲਾਂ ਹੁੰਦਾ ਰਿਹਾ ਸਾਡੇ ਵੀ, ਮੈਂ ਬੜੇ ਥਾਵਾਂ ਵੇਖਦਾ ਰਿਹਾ ਕੋਈ ਵੱਡਾ ਬੰਦਾ ਆ ਜਾਣਾ ਤੇ ਉਹਨੂੰ ਕਹਿੰਦੇ ਇਹਨੂੰ ਕੁਰਸੀ ਦੇ ਦਿਓ ਵੀ ਇਹ ਥੱਲੇ ਨਾ ਬੈਠੇ। ਤੇ ਇਹ ਦੂਜੇ ਚਰਚ ਦਾ ਪਾਦਰੀ ਆਇਆ ਆ ਤੇ ਇਹਨੂੰ ਜੀ ਅੱਗੇ ਸਟੇਜ ਦੇ ਉੱਤੇ ਭਾਲੋਗੇ ਇਸ ਤਰ੍ਹਾਂ ਹੈ। ਇਹ ਦੂਸਰੇ ਮਿਸ਼ਨ ਚੋਂ ਆਇਆ ਆ, ਗਵਈਆ ਆ, ਇਹਨੂੰ ਗੀਤ ਗਾਉਣ ਦਾ ਮੌਕਾ ਦਿਓ। ਇਹ ਅੱਛਾ ਚਰਚ ਦੀ ਤਾਂ ਗੱਲ ਛੱਡੋ, ਲੋਕੀ ਮੂਰਤੀ ਪੂਜਕ ਲੋਕਾਂ ਨੂੰ ਗੀਤ ਗਾਉਣ ਦਾ ਚਰਚ ਲੈਣ ਦਿੰਦੇ ਆ। ਹਾਲੇਲੂਇਆ। ਪਰ ਯਿਸੂ ਮਸੀਹ ਦੇ ਵਚਨ ਦੇ ਦੁਆਰਾ ਏਦਾਂ ਨਹੀਂ ਆ। ਏਲੀਆ ਪਰਮੇਸ਼ਰ ਦਾ ਨਬੀ ਸੀ ਔਰ ਰਾਜੇ ਦੇ ਬੰਦੇ ਆ ਕੇ ਕਹਿੰਦੇ ਪਏ ਆ ਵੀ ਆਪ ਤੈਨੂੰ ਰਾਜੇ ਨੇ ਸੱਦਿਆ ਤੇ ਏਲੀਆ ਨੇ ਕਿਹਾ ਕਿ ਠੀਕ ਹੈ ਜਾਓ, ਹੁਣੇ ਆਕਾਸ਼ ਤੋਂ ਅੱਗ ਉਤਰੇ ਤੇ ਤੁਹਾਨੂੰ ਭਸਮ ਕਰ ਦਿੱਤਾ। ਦੂਜੀ ਵਾਰੀ ਫਿਰ ਬਾਦਸ਼ਾਹ ਨੇ ਇੱਕ ਮਨੁੱਖ ਦੇ ਨਾਲ 50 ਦਾ ਜਥਾ ਭੇਜਿਆ ਤੇ ਦੂਸਰੀ ਵਾਰੀ ਵੀ ਇਸੇ ਤਰ੍ਹਾਂ ਹੀ ਹੋਇਆ। ਹਾਲੇਲੂਇਆ। ਜਦੋਂ 2 ਵਾਰ 50 ਬੰਦੇ ਮਰ ਗਏ, ਸੜ ਕੇ ਸੁਆਹ ਬਣ ਗਏ ਨੇ, 100 ਬੰਦੇ ਮਾਰ ਦਿੱਤੇ ਨੇ ਪਰਮੇਸ਼ਰ ਦੇ ਨਬੀ ਦੇ ਦੁਆਰਾ ਅੱਗ ਦੇ ਨਾਲ ਭਸਮ ਕਰ ਦਿੱਤੇ ਗਏ ਆ। ਫਿਰ ਤੀਜੀ ਵਾਰ ਰਾਜਾ ਆਪ ਗਿਆ ਹੈ। ਹਾਲੇਲੂਇਆ। ਫਿਰ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਤੇਰਾ 12 ਇਸ ਨੂੰ ਕੁਰਬਾਨ ਕਰੋ। ਤਦ ਏਲੀਆ ਨੇ ਉਸ ਨੂੰ ਉੱਤਰ ਦਿੱਤਾ, ਜੇ ਮੈਂ ਪਰਮੇਸ਼ਰ ਦਾ ਬੰਦਾ ਹਾਂ
ਤਾਂ ਆਕਾਸ਼ੋਂ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ 50 ਨੂੰ ਭਸਮ ਕਰ ਦੇਵੇ। ਹਾਂ ਇਹ ਦੂਜੀ ਵਾਰੀ ਹੋਇਆ ਨਾ ਜੀ ਜੋ ਪਰਮੇਸ਼ਰ ਦੀ ਅੱਗ ਆਕਾਸ਼ੋਂ ਉਤਰੀ ਅਤੇ ਉਸ ਨੂੰ ਤੇ ਉਸਦੇ 50 ਨੂੰ ਭਸਮ ਕਰ ਦਿੱਤਾ। ਤਦ ਉਸਨੇ ਫਿਰ ਤੀਸਰੇ 50 ਦੀ ਟੋਲੀ ਨੂੰ 50 ਦੇ ਨਾਲ ਘੱਲਿਆ ਅਤੇ ਤੀਜਾ 50 ਦਾ ਸਰਦਾਰ ਉੱਤੇ ਚੜ੍ਹ ਕੇ ਨੇੜੇ ਗਿਆ ਤੇ ਏਲੀਆ ਦੇ ਅੱਗੇ ਗੋਡੇ ਨਵਾਏ ਅਤੇ ਅਰਦਾਸ ਕਰਕੇ ਉਹਨੂੰ ਆਖਿਆ, हे ਪਰਮੇਸ਼ਰ ਦੇ ਬੰਦੇ, ਮੇਰੀ ਜਾਨ ਅਤੇ ਇਹਨਾਂ 50 ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਬਹੁਮੁੱਲੀਆਂ ਹੋਣ। ਵੇਖ ਆਕਾਸ਼ੋਂ ਅੱਗ ਉਤਰੀ ਅਤੇ 50 ਦੇ 50 ਦੋ ਪਹਿਲੇ ਦੋ ਸਰਦਾਰਾਂ ਤੇ ਉਹਨਾਂ ਦੀਆਂ 50 ਨੂੰ ਭਸਮ ਕਰ ਦਿੱਤਾ। ਪਰ ਹੁਣ ਮੇਰੀ ਜਾਨ ਤੇਰੀ ਨਿਗਾਹ ਵਿੱਚ ਹੁਣ ਬਹੁਮੁੱਲੀ ਹੋਵੇ। ਅਤੇ ਯਹੋਵਾ ਦੇ ਦੂਤ ਨੇ ਏਲੀਆ ਨੂੰ ਆਖਿਆ, ਉਸਦੇ ਨਾਲ ਹੇਠਾਂ ਜਾ ਤੇ ਉਸਦੇ ਕੋਲੋਂ ਨਾ ਡਰ। ਤਾਂ ਉਹ ਉੱਠ ਕੇ ਉਸਦੇ ਨਾਲ ਪਾਤਸ਼ਾਹ ਕੋਲ ਉਤਰ ਗਿਆ। ਹਾਲੇਲੂਇਆ। ਉਸਦੇ ਕੋਲ ਪਾਤਸ਼ਾਹ ਕੋਲ ਉਤਰ ਗਿਆ। ਹੁਣ ਕੀ ਕੀਤਾ ਆ? ਤੀਜੀ ਵਾਰੀ 50 ਦਾ ਜੱਥਾ ਗਿਆ ਆ ਤੇ ਨਾਲ ਰਾਜੇ ਨੂੰ ਵੀ ਲੈ ਕੇ ਗਏ ਆ। ਰਾਜੇ ਨੂੰ ਕਿਸੇ ਮੰਜੇ ਤੇ ਰੱਖਿਆ ਗਿਆ, ਚੁੱਕ ਕੇ ਲੈ ਕੇ ਗਏ ਆ ਤੇ ਮੰਜਾ ਥੱਲੇ ਰੱਖਿਆ ਆ। ਰਾਜੇ ਦੇ ਕੋਲ ਰਾਜਾ ਮੰਜੇ ਤੇ ਲੰਮੇ ਪਿਆ ਹੋਇਆ ਆ ਤੇ ਹੁਣ ਜਿਹੜਾ ਹਲਕਾਰਾ ਇੱਕ ਸਿਪਾਹੀ ਗਿਆ ਆ ਉਹ ਉੱਪਰ ਚੜ ਗਿਆ ਪਹਾੜ ਤੋਂ। ਪਹਿਲੇ ਜਿਹੜੇ ਦੋ ਜੱਥੇ ਸੀ ਥੱਲੋਂ ਆਵਾਜ਼ਾਂ ਮਾਰਦੇ ਸੀ, ਆਜਾ ਆਜਾ। ਹੁਣ ਉੱਪਰ ਗਿਆ ਆ ਤੇ ਉੱਪਰ ਜਾ ਕੇ ਨਬੀ ਦੇ ਅੱਗੇ ਗੋਡੇ ਟੇਕ ਕੇ ਇੱਕ ਬੰਦਾ ਅਰਦਾਸ ਲਗਾਇਆ, ਪ੍ਰਾਰਥਨਾ ਕਰਨ ਲਗਾਇਆ, ਬੇਨਤੀ ਕਰਨ ਲਗਾਇਆ ਕਿ हे ਰਾਜਾ, हे ਪਰਮੇਸ਼ਰ ਦੇ ਦਾਸ, ਪਹਿਲੇ ਦੋ ਬੰਦਿਆਂ ਦੇ ਜਿਹੜੇ ਦੋ ਜੱਥੇ ਸਨ ਉਹ ਪਰਮੇਸ਼ਰ ਵੱਲੋਂ ਮਾਰ ਦਿੱਤੇ ਗਏ ਤੇ ਹੁਣ ਕੀ ਕਰ, ਤੇਰੀ ਨਿਗਾਹ ਵਿੱਚ ਅਸੀਂ ਸਾਡੇ ਤੇ ਕਿਰਪਾ ਹੋਵੇ, ਤੇਰੀ ਨਿਗਾਹ 'ਚ ਸਾਡੀ ਜਾਨ ਬਹੁਮੁੱਲੀ ਹੋਵੇ, ਸਾਡੀਆਂ ਜਾਨਾਂ ਤੇਰੇ ਹੱਥ 'ਚ ਆ। ਤਰਲੇ ਪਾ ਰਿਹਾ ਹੈ। ਹਾਲੇਲੂਇਆ। ਤਰਲੇ ਪਾ ਰਿਹਾ ਆ ਤੇ ਚੱਲ ਸਾਡੇ ਜਿਵੇਂ ਤੈਨੂੰ ਚੰਗਾ ਲੱਗਦਾ ਦੱਸ ਕਿੱਦਾਂ ਕਰਨਾ। ਤੇ ਪਰਮੇਸ਼ਰ ਦੇ ਦੂਤ ਨੇ ਫਿਰ ਏਲੀਆ ਨੂੰ ਆਖਿਆ ਕਿ ਹੁਣ ਤੂੰ ਡਰਨਾ ਇਹਨਾਂ ਥੱਲੇ ਜਾ ਤੇ ਪਾਤਸ਼ਾਹ ਦੇ ਕੋਲ ਉਤਰ ਗਿਆ। ਹਾਲੇਲੂਇਆ। ਪਰਮੇਸ਼ਰ ਦੇ ਜਿਹੜੇ ਲੋਕ ਆ, ਪ੍ਰਭੂ ਦੇ ਨਬੀ ਆ, ਲੋਕ ਪ੍ਰਭੂ ਦੇ ਨਬੀਆਂ ਨੂੰ, ਪਰਮੇਸ਼ਰ ਦੇ ਦਾਸਾਂ ਨੂੰ ਤੁੱਛ ਕਰਕੇ ਜਾਣਦੇ ਆ, ਉਹਨਾਂ ਨੂੰ ਆਦਰ ਨਹੀਂ ਦਿੰਦੇ, ਉਹਨਾਂ ਦਾ ਪੂਰਾ ਸਤਿਕਾਰ ਨਹੀਂ ਕਰਦੇ ਆ। ਉਹ ਬਸ ਸੋਚਦੇ ਆ ਕਿ ਜਿਵੇਂ ਆਮ ਲੋਕਾਂ ਦੇ ਉੱਤੇ ਆਰਡਰ ਦਿੱਤਾ ਜਾਂਦਾ ਆ, ਉਸੇ ਤਰ੍ਹਾਂ ਪਰਮੇਸ਼ਰ ਦੇ ਲੋਕਾਂ ਤੇ ਵੀ ਆਰਡਰ ਦਿੱਤਾ ਜਾਂਦਾ ਹੈ। ਹਾਲੇਲੂਇਆ। ਪਰ ਪਰਮੇਸ਼ਰ ਦਾ ਨਬੀ ਏਲੀਆ ਜਿਹੜਾ ਸੀ ਉਹ ਮਹਾਨ ਪਰਮੇਸ਼ਰ ਦਾ ਇੱਕ ਮਹਾਨ ਨਬੀ ਸੀ ਔਰ ਉਹਦੇ ਕੋਲ ਆਕਾਸ਼ਾਂ ਨੂੰ ਬੰਦ ਕਰ ਦੇਣ ਵਾਲੀ ਤਾਕਤ ਸੀ, ਆਕਾਸ਼ਾਂ ਨੂੰ ਖੋਲ ਦੇਣ ਵਾਲੀ ਤਾਕਤ ਸੀ। ਤਾਂ ਹੀ ਉਸਨੇ 3.5 ਸਾਲ ਧਰਤੀ ਦੇ ਉੱਤੇ ਮੀਂਹ ਨਹੀਂ ਪੈਣ ਦਿੱਤਾ। ਹਾਲੇਲੂਇਆ। ਤੇ ਉਸ ਤੋਂ ਬਾਅਦ ਏਲੀਆ ਜਦੋਂ ਥੱਲੇ ਉਤਰਿਆ ਤੇ ਕੀ ਹੋਇਆ? ਪੜ੍ਹਿਓ ਪੜ੍ਹਿਓ ਕਿ ਉਸ ਨੂੰ ਆਖਿਆ, ਯਹੋਵਾ ਇਉਂ ਫਰਮਾਉਂਦਾ ਹੈ, ਤੂੰ ਜੋ ਉਕਰਾਉਣ ਦੇ ਦੇਵਤਾ ਅਬਾਲ-ਮਲੂਕ ਦੇ ਕੋਲ ਪੁੱਛਣ ਨਹੀਂ ਹਲਕਾਰੇ ਕਰਦੇ ਕਿ ਇਸ ਲਈ ਕਿ ਇਸਰਾਏਲ ਦੇ ਵਿੱਚ ਕੋਈ ਪਰਮੇਸ਼ਰ ਨਹੀਂ ਹੈ ਜਿਹਦੇ ਕੋਲੋਂ ਤੂੰ ਪੁੱਛ ਸਕੇ। ਇਸ ਲਈ ਜਿਸ ਕਲਾਮ ਉੱਤੇ ਤੂੰ ਚੜਿਆ ਹੈ ਉਸ ਤੋਂ ਨਹੀਂ ਉਤਰੇਗਾ ਤਾਂ ਉਹ ਨਿਸ਼ਾਨ ਮਰੇਗਾ। ਸੋ ਉਹ ਯਹੋਵਾ ਦੇ ਵਚਨ ਅਨੁਸਾਰ ਜਿਹੜਾ ਏਲੀਆ ਨੇ ਕਿਹਾ ਸੀ ਮਰ ਗਿਆ। ਹਾਲੇਲੂਇਆ। ਏਲੀਆ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ, ਉਹਨੇ ਇੱਕੋ ਹੀ ਗੱਲ ਕਹੀ, ਕਹਿੰਦਾ ਕਿ ਤੂੰ ਅਬਰੋਮ ਦੇ ਦੇਵਤੇ ਕੋਲ ਪੁੱਛਣ ਭੇਜਿਆ ਬੰਦਾ ਕੀ ਇਸਰਾਏਲ ਕੋਲ ਕੋਈ ਪਰਮੇਸ਼ਰ ਨਹੀਂ ਹੈ। ਮੇਰੇ ਭਾਈ ਭੈਣੋ, ਅੱਜ ਮਸੀਹ ਲੋਕਾਂ ਦਾ ਵੀ ਇਹੀ ਹਾਲ ਆ। ਅੱਜ ਆਪਣੇ ਆਪ ਨੂੰ ਮਸੀਹ ਕਹਿਣ ਵਾਲੇ ਲੋਕ ਆਪਣੇ ਮਸਲਿਆਂ ਦਾ ਹੱਲ ਪਰਮੇਸ਼ਰ ਕੋਲੋਂ ਨਹੀਂ ਕਰਾਉਂਦੇ, ਆਪਣੇ ਮਸਲਿਆਂ ਦਾ ਹੱਲ ਆਪਣੇ ਪਾਸਟਰਾਂ ਕੋਲੋਂ ਨਹੀਂ ਕਰਾਉਂਦੇ। ਉਹ ਆਪਣੀਆਂ ਪਰੇਸ਼ਾਨੀਆਂ, ਆਪਣੀਆਂ ਬਿਮਾਰੀਆਂ, ਆਪਣੀਆਂ ਲੜਾਈਆਂ, ਆਪਣੇ ਝਗੜਿਆਂ ਦੇ ਵਿੱਚ ਕੀ ਕਰਦੇ ਆ? ਉਹ ਦੂਸਰੇ ਗੈਰ ਮਸੀਹੀ ਲੋਕਾਂ ਦੇ ਕੋਲ ਦੌੜਦੇ। ਹਾਲੇਲੂਇਆ। ਉਹ ਕੋਰਟਾਂ ਕਚਹਿਰੀਆਂ 'ਚ ਦੌੜਦੇ ਆ, ਉਹ ਥਾਣਿਆਂ 'ਚ ਦੌੜਦੇ ਆ, ਉਹ ਪਰਾਈਆਂ ਕੌਮਾਂ 'ਚ ਜਾਂਦੇ ਆ, ਉਹ ਮੂਰਤੀ ਪੂਜਕ ਲੋਕਾਂ 'ਚ ਜਾਂਦੇ ਆ ਤੇ ਉਹਨਾਂ ਦੇ ਅੱਗੇ ਆਪਣੇ ਤਮਾਸ਼ੇ ਖੋਲ ਕੇ ਦੱਸਦੇ ਆ। ਹਾਲੇਲੂਇਆ। ਤੇ ਪਰਮੇਸ਼ਰ ਨੂੰ ਇਸ ਗੱਲ ਦੇ ਨਾਲ ਬੜੀ ਘਿਣ ਆਉਂਦੀ ਆ। ਪਰਮੇਸ਼ਰ ਕਹਿੰਦਾ ਆ ਕਿ ਇਜ਼ਰਾਈਲ ਦੇ ਅੰਦਰ ਕੋਈ ਪਰਮੇਸ਼ਰ ਨਹੀਂ, ਇਜ਼ਰਾਈਲ ਦੇ ਅੰਦਰ ਕੋਈ ਪਰਮੇਸ਼ਰ ਨਹੀਂ।
कि अज साडे लई प्रभु यीशु मसीह करके कोई भी परमेश्वर नहीं, कि साडा परमेश्वर कोई छोटा परमेश्वर है, कि साडा परमेश्वर मुर्दा परमेश्वर है जिहड़ा साडे हाल नहीं कर सकता। हालेलुया। अज प्रभु के अगे प्रार्थनावां नहीं करते, अज प्रभु के अगे वर्त नहीं रखते, अज प्रभु के अगे हड़े नहीं करते, अज प्रभु के अगे रोना पसंद नहीं करते। हालेलुया। और वो कहते हैं कि बस प्रार्थना की कोई जरूरत नहीं है, सानू बस दवाई नाल ही ठीक हो सकते हैं, सानू प्रार्थना की कोई जरूरत नहीं है, असं बस फलानी जगह से फलानी थां से जाके फांडा पा के ठीक हो सकते हैं। हालेलुया। सानू किते भी परमेश्वर के अगे नीवे होने की लोड़ नहीं है, सानू तो बस कोटा कचहरी च जाके अपने मसले को सुलझा लेना चाहिए। हालेलुया। पर एलिया ने आख्या कि परमेश्वर कि इजराइल का कोई परमेश्वर नहीं, इजराइल के अंदर कोई परमेश्वर नहीं जिहड़ा तुहाडा हल कर सके, जिहड़ा तुहाडी बीमारी नूं चंगा कर सके, जिहड़ा तुहाडी मुश्किल चों तुहानूं बाहर कढ सके। इसे लई हे राजा तू जिस पलंग दे उत्ते पिया होया आ उसे पलंग दे उत्ते तू निसंग मरेगा। ते राजा उत्थे मर गया। हालेलुया। हालेलुया। आज की गल है, आज लोग की करते आ परमेश्वर को आखते आ और जब समा चंगा होंदा आ उदों परमेश्वर के बड़े गुण गाते आ भी यीशु ने आ कीता, सानू चंगा कीता, गवाहियां दिंदे आ। जदों थोड़ा जिहा तूफान आंदा आ, थोड़ा जिहा विश्वास को परखिया जांदा आ ते फिर वो प्रभु नूं छड्ड जांदे आ। हालेलुया। फिर प्रभु नूं छड्ड जांदे आ, फिर पराइयां कौमां च वापस चले जांदे आ, अपनी बरादरियां च, अपनी रिश्तेदारियां च, अपने भैन भरावां च, अपने रस्मों रिवाजां च वापस तुर जांदे आ। ते फिर की हुंदा आ, फिर उही बीमारियां जड़ियां निकलियां होंदियां फिर आके फड़ लैंदियां। हालेलुया। कि इजराइल के अंदर कोई परमेश्वर नहीं है, कि इजराइल के अंदर कोई परमेश्वर नहीं है जिहड़ा साडियां बीमारियां ठीक कर सकदा है, कि इजराइल के अंदर कोई परमेश्वर नहीं है जिहड़ा साडे मसलियां नूं सुलझा सकदा है। हालेलुया। परमेश्वर कहता है इसे लिए परमेश्वर का नबी एलिया कहता है इसे तू निसंग मरेगा। मेरे भाई बहनों इस गल नूं पक्क जान लो, जब असीं परमेश्वर नूं पिछे पा के एवें पीरां दे होर जगह दरगाहां ते जाके ते होर गैर मसीही ते होर रीति रिवाजां च फस जांदे आ ते उत्थे जाके अपने मसलिਆਂ ਦਾ हल कराना शुरू कर दिंदे आ ते फिर निश्चित आ कि असीं जरूर मरांगे, साडी मौत निश्चित आ। हालेलुया। प्रभु ने कहा ना इसलिए जब एक दुष्ट आत्मा निकलदा है सुखियां थावां नूं दौड़दा आ ते फिर जदों अपने घर झाड़िया झंबिया वेखदा आ ते फिर की करदा आ 7 आत्मे होर लैके नाल आउंदा ते पहला नालों भी माड़ा हुंदा आ। हालेलुया। पहला नालों भी माड़ा। किसी भी हालत के अंदर, किसी भी मुश्किल हालात के अंदर इस गल समझो कि सानू कदे भी परमेश्वर को छड्ड किसी होर रस्ते ते नहीं जाना। जिदा का भी हालात आ वो यीशु मसीह ही हल करेगा। और एलिया परमेश्वर का नबी, परमेश्वर के दास, प्रभु के लोग जिन्ने भी तुहाडे कोल होण, ਇਹ ਜਿਹੜੀਆਂ ਵੀ ਉਹ ਤੁਹਾਡੇ ਕੋਲ ਤੁਰ ਕੇ ਆਵੇ ਤੁਹਾਨੂੰ ਤੁਰ ਕੇ ਉਹਦੇ ਕੋਲ ਜਾਣਾ ਚਾਹੀਦਾ ਹੈ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਚੱਲ ਕੇ ਉਹਦੇ ਕੋਲ ਜਾਣਾ ਚਾਹੀਦਾ ਹੈ। ਕਿਉਂ? ਅੱਜ ਕੀ ਕਹਿੰਦੇ ਆ ਅੱਛਾ ਅੱਜ ਵਿਸ਼ਵਾਸੀ ਭਾਵੇਂ 2 ਮਹੀਨੇ ਚਰਚ ਨਾ ਜਾਵੇ ਤੇ ਉਹ ਠੀਕ ਆ ਤੇ ਪਾਸਟਰ ਨੇ ਜੇ 2 ਹਫ਼ਤੇ 3 ਹਫ਼ਤੇ ਤੁਹਾਡਾ ਹਾਲ ਨਹੀਂ ਪੁੱਛਿਆ ਤੇ ਪਾਸਟਰ ਗਲਤ ਹੈ। ਹਾਲੇਲੂਇਆ। ਅੱਜ ਕੀ ਹੁੰਦਾ ਕਹਿੰਦੇ ਜੀ ਨਹੀਂ ਉਹ ਸਾਡੇ ਘਰ ਨਹੀਂ ਆਉਂਦੇ ਜੀ, ਅਸੀਂ ਗਏ ਸੀ ਚਰਚ ਉਹਨਾਂ ਸਾਡੇ ਘਰ ਫੇਰਾ ਹੀ ਨਹੀਂ ਮਾਰਿਆ।
हालेलुया। पास्टर फेरा मारे ना मारे, यीशु मसीह का फेरा ਤੁਹਾਡੇ ਘਰ ਵੱਜਣਾ ਚਾਹੀਦਾ ਹੈ। हालेलुया। और वो कदों ਵੱਜਦਾ ਆ जब ਤੁਸੀਂ ਆਪਣੇ ਪਲੰਗ ਸਮੇਤ ਇੱਥੋਂ ਤੱਕ ਕਿ ਤੁਸੀਂ ਨਹੀਂ ਉੱਠ ਸਕਦੇ, ਮੰਜੇ ਦੇ ਸਮੇਤ ਹੀ ਤੁਹਾਨੂੰ ਇੰਡੀਆ ਦੇ ਕੋਲ ਲੈ ਕੇ ਆਇਆ ਜਾਏ। ਹਾਲੇਲੂਇਆ। ਕਿ ਮੇਰੀ ਗੱਲ ਨੂੰ ਸਮਝਦੇ ਹੋ? ਹਾਲੇਲੂਇਆ। ਤੇ ਜਦੋਂ ਬਾਦਸ਼ਾਹ ਖੁਦ ਆਇਆ ਤੇ ਰਾਜਾ ਜਾ ਕੇ ਉੱਪਰ ਹਲਕਾਰੇ ਨੂੰ ਭੇਜਿਆ, ਉੱਪਰ ਗਿਆ, ਗੋਡੇ ਟੇਕੇ, ਆਖਿਆ स्वामी जी हे परमेश्वर ਦੇ ਦਾਸ, ਸਾਡੇ ਤੇ ਦਇਆ ਕਰ, ਸਾਡੀ ਨਜ਼ਰ ਤੇਰੀ ਨਜ਼ਰ 'ਚ ਸਾਡੀ ਜਾਨ ਬਹੁਮੁੱਲੀ ਹੋਵੇ। ਹਾਲੇਲੂਇਆ। ਸਾਨੂੰ ਕੀ ਚਾਹੀਦਾ ਆ ਕਿ ਅਸੀਂ ਪਰਮੇਸ਼ਰ ਦੇ ਕੋਲ ਜਾਈਏ। ਲੋਕ ਕਹਿੰਦੇ ਨਹੀਂ ਪਹਿਲਾਂ ਪ੍ਰਭੂ ਸਾਡੇ ਘਰ ਚੱਲ ਕੇ ਆਵੇ ਤੇ ਫਿਰ ਅਸੀਂ, ਕਿਉਂ ਭਾਈ ਪ੍ਰਕਾਸ਼ ਜੀ, ਫਿਰ ਅਸੀਂ ਦੇਖਾਂਗੇ। ਪਰਮੇਸ਼ਰ ਤੁਹਾਡੇ ਕੋਲ ਆਵੇਗਾ, ਉਸਨੇ ਕਿਹਾ ਹੈ ਮੈਂ ਜਗਤ ਦੇ ਅੰਤ ਤੱਕ ਪਹੁੰਚਾਊਂਗਾ, ਪਰ ਪਹਿਲਾਂ ਜ਼ਰੂਰੀ ਆ ਕਿ ਤੁਸੀਂ ਚੱਲ ਕੇ ਏਲੀਆ ਦੇ ਕੋਲ ਪਹੁੰਚੋ। ਸਾਡੇ ਦਿਨਾਂ 'ਚ ਏਲੀਆ ਦਾ ਸੰਦੇਸ਼ ਆ, ਨਬੀ